ਓਮ ਸ਼ਾਂਤੀ। ਅੱਜ ਸੁਣਦੇ ਹਾਂ 19 ਮਾਰਚ ਦੀ ਬਾਬਾ ਦੀ ਸਾਕਾਰ ਮਹਾਵਾਕ। ਬਾਬਾ ਬੋਲੇ, ਮਿੱਠੇ ਬੱਚੇ ਜੀ ਬਾਬਾ, ਇਹ ਪੜ੍ਹਾਈ ਸੋਰਸ ਆਫ ਇਨਕਮ ਹੈ। ਇਸ ਨਾਲ ਤੁਸੀਂ ਮਨੁੱਖ ਤੋਂ ਦੇਵਤਾ ਬਣਦੇ ਹੋ। 21 ਜਨਮਾਂ ਦੇ ਲਈ ਸੱਚੀ ਕਮਾਈ ਹੋ ਜਾਂਦੀ ਹੈ। ਪ੍ਰਸ਼ਨ ਹੈ, ਬਾਪ ਜੋ ਮਿੱਠੀਆਂ ਮਿੱਠੀਆਂ ਗੱਲਾਂ ਸੁਣਾਉਂਦੇ ਨੇ ਉਹ ਧਾਰਨ ਕਦੋਂ ਹੋਣਗੀਆਂ? ਉੱਤਰ, ਜਦੋਂ ਬੁੱਧੀ ਤੇ ਪਰਮਤ ਤੇ ਮਨਮਤ ਦਾ ਪ੍ਰਭਾਵ ਨਹੀਂ ਹੋਵੇਗਾ। ਜੋ ਬੱਚੇ ਸੁਣੀਆਂ ਸੁਣਾਈਆਂ ਗੱਲਾਂ ਤੇ ਚੱਲਦੇ ਨੇ ਉਹਨਾਂ ਦੀ ਬੁੱਧੀ ਵਿੱਚ ਧਾਰਨਾ ਹੋ ਨਹੀਂ ਸਕਦੀ। ਸਿਵਾਏ ਗਿਆਨ ਦੇ ਹੋਰ ਕੁਝ ਵੀ ਕੋਈ ਸੁਣਾਉਂਦਾ ਹੈ ਤਾਂ ਉਹ ਜਿਵੇਂ ਦੁਸ਼ਮਣ ਹੈ। ਝੂਠੀਆਂ ਗੱਲਾਂ ਸੁਣਾਉਣ ਵਾਲੇ ਬਹੁਤ ਨੇ। ਇਸ ਲਈ ਹੀਅਰ ਨੋ ਈਵਲ, ਸੀ ਨੋ ਈਵਲ। ਮਨੁੱਖ ਤੋਂ ਦੇਵਤਾ ਬਣਨ ਦੇ ਲਈ ਇੱਕ ਬਾਪ ਦੀ ਸ਼੍ਰੀਮਤ ਤੇ ਚੱਲਣਾ ਹੈ। ਗੀਤ ਹੈ, ਸਾਡੇ ਤੀਰਥ ਨਿਆਰੇ ਨੇ। ਓਮ ਸ਼ਾਂਤੀ। ਇਹ ਗੀਤ ਵਿੱਚ ਜਿਵੇਂ ਆਪਣੀ ਮਹਿਮਾ ਕਰਦੇ ਨੇ, ਆਪਣੀ ਮਹਿਮਾ ਅਸਲ ਵਿੱਚ ਕੀਤੀ ਨਹੀਂ ਜਾਂਦੀ। ਇਹ ਤਾਂ ਸਭ ਸਮਝਣ ਦੀਆਂ ਗੱਲਾਂ ਨੇ। ਜੋ ਭਾਰਤ ਵਾਸੀ ਬਹੁਤ ਸਮਝਦਾਰ ਸੀ ਹੁਣ ਬੇਸਮਝ ਬਣ ਗਏ। ਹੁਣ ਪ੍ਰਸ਼ਨ ਉੱਠਦਾ ਹੈ, ਸਮਝਦਾਰ ਕੌਣ ਸੀ? ਇਹ ਕਿਤੇ ਵੀ ਲਿਖਿਆ ਨਹੀਂ ਹੋਇਆ। ਤੁਸੀਂ ਹੋ ਗੁਪਤ। ਕਿੰਨੀ ਵੰਡਰਫੁਲ ਗੱਲਾਂ ਨੇ। ਇੱਕ ਤਾਂ ਬਾਪ ਕਹਿੰਦੇ ਨੇ, ਮੇਰੇ ਦੁਆਰਾ ਬੱਚੇ ਮੈਨੂੰ ਜਾਣ ਸਕਦੇ ਨੇ, ਫਿਰ ਮੇਰੇ ਦੁਆਰਾ ਸਭ ਕੁਝ ਜਾਣ ਜਾਂਦੇ ਨੇ। ਸ੍ਰਿਸ਼ਟੀ ਦੇ ਆਦਮਤ ਅੰਤ ਦਾ ਜੋ ਖੇਡ ਚੱਲ ਰਿਹਾ ਹੈ ਉਹਨਾਂ ਨੂੰ ਵੀ ਸਮਝ ਜਾਂਦੇ ਨੇ, ਹੋਰ ਕੋਈ ਵੀ ਨਹੀਂ ਜਾਣਦੇ। ਤੇ ਮੁੱਖ ਭੁੱਲ ਇਹ ਕੀਤੀ ਹੈ ਜੋ ਨਿਰਾਕਾਰ ਪਰਮਪਿਤਾ ਪਰਮਾਤਮਾ ਸ਼ਿਵ ਦੇ ਬਦਲੇ ਕ੍ਰਿਸ਼ਨ ਦਾ ਨਾਂ ਪਾ ਦਿੱਤਾ। ਪਹਿਲਾ ਨੰਬਰ ਸ਼ਾਸਤਰ ਜਿਸ ਨੂੰ ਸ਼੍ਰੀਮਦ ਭਾਗਵਤ ਗੀਤਾ ਕਹਿੰਦੇ ਨੇ ਉਹੀ ਰੋਂਗ ਹੋ ਗਿਆ। ਇਸ ਲਈ ਪਹਿਲੇ ਤਾਂ ਸਿੱਧ ਕਰਨਾ ਹੈ ਭਗਵਾਨ ਇੱਕ ਹੈ, ਫਿਰ ਪੁੱਛਣਾ ਹੈ ਗੀਤਾ ਦਾ ਭਗਵਾਨ ਕੌਣ ਹੈ। ਭਾਰਤ ਦਾ ਆਦਿ ਸਨਾਤਨ ਦੇਵੀ ਦੇਵਤਾ ਧਰਮ ਹੈ। ਜੋ ਨਵਾਂ ਧਰਮ ਕਹੀਏ ਤਾਂ ਬ੍ਰਾਹਮਣ ਧਰਮ ਹੀ ਕਹਾਂਗੇ। ਪਹਿਲੇ ਚੋਟੀ ਹੈ ਬ੍ਰਾਹਮਣ, ਫਿਰ ਦੇਵਤਾ। ਉੱਚੇ ਤੇ ਉੱਚੇ ਬ੍ਰਾਹਮਣ ਧਰਮ ਹੈ। ਜੋ ਬ੍ਰਾਹਮਣ ਬ੍ਰਹਮਾ ਦੁਆਰਾ ਪਰਮਪਿਤਾ ਪਰਮਾਤਮਾ ਸ਼ਿਵ ਰਚਦੇ ਨੇ ਉਹੀ ਬ੍ਰਾਹਮਣ ਫਿਰ ਦੇਵਤਾ ਬਣਦੇ ਨੇ। ਮੁੱਖ ਗੱਲ ਹੈ ਭਗਵਾਨ ਸਭ ਦਾ ਬਾਪ ਹੈ। ਨਵੀਂ ਦੁਨੀਆ ਦਾ ਰਚਤਾ ਜ਼ਰੂਰ ਨਵੀਂ ਦੁਨੀਆ ਹੀ ਰਚਣਗੇ ਨਾ। ਨਵੀਂ ਦੁਨੀਆ ਵਿੱਚ ਨਵਾਂ ਭਾਰਤ ਹੁੰਦਾ ਹੈ। ਜਨਮ ਵੀ ਭਾਰਤ ਵਿੱਚ ਲਿੱਤਾ। ਭਾਰਤ ਨੂੰ ਸਵਰਗ ਬਣਾ ਰਹੇ ਨੇ ਬ੍ਰਹਮਾ ਦੁਆਰਾ। ਤੁਹਾਨੂੰ ਆਪਣਾ ਬਣਾ ਕੇ ਫਿਰ ਪੜਾਉਂਦੇ ਨੇ ਮਨੁੱਖ ਤੋਂ ਦੇਵਤਾ ਬਣਾਉਣ ਦੇ ਲਈ। ਪਹਿਲੇ ਤੁਸੀਂ ਸ਼ੂਦਰ ਵਰਨ ਦੇ ਸੀ, ਫਿਰ ਆਏ ਬ੍ਰਾਹਮਣ ਵਰਨ ਵਿੱਚ, ਫਿਰ ਦੈਵੀ ਵਰਨ ਵਿੱਚ। ਪਿੱਛੇ ਵ੍ਰਿੱਧੀ ਹੁੰਦੀ ਰਹਿੰਦੀ ਹੈ। ਇੱਕ ਧਰਮ ਤੋਂ ਕਈ ਧਰਮ ਹੋ ਜਾਂਦੇ ਨੇ। ਟਾਲ ਟਾਲੀਆਂ ਵੀ ਸਭ ਧਰਮਾਂ ਦੀਆਂ ਆਪਣੀਆਂ ਆਪਣੀਆਂ ਬਣ ਜਾਂਦੀਆਂ ਨੇ। ਹਰ ਇੱਕ ਧਰਮ ਤੋਂ ਨਿਕਲਦੀ ਹੈ। 3 ਟਿਊਬਸ ਹੁੰਦੀਆਂ ਨੇ ਨਾ, ਇਹ ਹੈ ਮੁੱਖ। ਹਰ ਇੱਕ ਤੋਂ ਆਪਣੀ ਆਪਣੀ ਸ਼ਾਖਾ ਨਿਕਲਦੀ ਹੈ। ਮੁੱਖ ਹੈ ਫਾਊਂਡੇਸ਼ਨ, ਫਿਰ 3 ਟਿਊਬ ਮੁੱਖ ਨੇ। ਥੁਰ ਹੈ, ਤਨਾ ਹੈ ਆਦਿ ਸਨਾਤਨ ਦੇਵੀ ਦੇਵਤਾ ਧਰਮ ਦਾ, ਜੋ ਹੁਣ ਸਭ ਰਾਜਯੋਗ ਸਿੱਖ ਰਹੇ ਹੋ। ਦਿਲਵਾੜਾ ਮੰਦਿਰ ਬੜਾ ਚੰਗਾ ਬਣਿਆ ਹੋਇਆ ਹੈ। ਉਸ ਵਿੱਚ ਸਾਰੀ ਸਮਝਾਣੀ ਹੈ। ਬੱਚੇ ਇੱਥੇ ਬੈਠੇ ਨੇ, ਕਲਪ ਪਹਿਲੇ ਵੀ ਤੁਸੀਂ ਰਾਜਯੋਗ ਦੀ ਤਪੱਸਿਆ ਕੀਤੀ ਸੀ। ਜਿਵੇਂ ਕ੍ਰਾਈਸਟ ਦਾ ਯਾਦਗਾਰ ਕ੍ਰਿਸਚਨ ਦੇਸ਼ ਵਿੱਚ ਹੈ, ਉਵੇਂ ਤੁਸੀਂ ਬੱਚਿਆਂ ਨੇ ਇੱਥੇ ਤਪੱਸਿਆ ਕੀਤੀ। ਤੁਹਾਡਾ ਯਾਦਗਾਰ ਇੱਥੇ ਬਣਿਆ ਹੈ। ਹੈ ਬੜਾ ਸਹਿਜ ਪਰ ਕੋਈ ਜਾਣਦੇ ਨਹੀਂ। ਸੰਨਿਆਸੀ ਲੋਕ ਤਾਂ ਕਹਿ ਦਿੰਦੇ ਇਹ ਸਭ ਕਲਪਨਾ ਹੈ। ਜਿਵੇਂ ਜੋ ਕਲਪਨਾ ਕਰੇ। ਤੁਹਾਡੇ ਲਈ ਵੀ ਕਹਿੰਦੇ ਨੇ ਇਹ ਚਿੱਤਰ ਆਦਿ ਸਭ ਕਲਪਨਾ ਨਾਲ ਬਣਾਏ ਹੋਏ ਨੇ। ਜਦੋਂ ਤੱਕ ਬਾਪ ਨੂੰ ਜਾਣਨ ਕਲਪਨਾ ਹੀ ਸਮਝਦੇ ਨੇ। ਨੌਲੇਜਫੁਲ ਤਾਂ ਇੱਕ ਬਾਪ ਹੈ ਨਾ, ਤਾਂ ਮੁੱਖ ਹੈ ਬਾਪ ਦਾ ਪਰਿਚੈ ਦੇਣਾ। ਉਹ ਬਾਪ ਸਵਰਗ ਦਾ ਵਰਸਾ ਦਿੰਦੇ ਨੇ। ਕਲਪ ਪਹਿਲੇ ਵੀ ਦਿੱਤਾ ਸੀ, ਫਿਰ 84 ਜਨਮ ਲੈਣੇ ਪੈਣ। ਭਾਰਤ ਵਾਸੀਆਂ ਦੇ 84 ਜਨਮ ਹੁੰਦੇ ਨੇ। ਫਿਰ ਸੰਗਮ ਯੁੱਗ ਤੇ ਬਾਪ ਆ ਕੇ ਰਾਜਧਾਨੀ ਦੀ ਸਥਾਪਨਾ ਕਰਦੇ ਨੇ। ਤੁਸੀਂ ਬੱਚਿਆਂ ਨੇ ਬਾਪ ਦੁਆਰਾ ਇਹ ਸਮਝਿਆ ਹੈ। ਜਦੋਂ ਚੰਗੀ ਰੀਤੀ ਸਮਝਣ, ਬੁੱਧੀ ਵਿੱਚ ਬੈਠੇ ਤਾਂ ਖੁਸ਼ੀ ਵੀ ਰਹੇ। ਇਹ ਪੜ੍ਹਾਈ ਬਹੁਤ ਸੋਰਸ ਆਫ ਇਨਕਮ ਹੈ। ਪੜ੍ਹਾਈ ਨਾਲ ਮਨੁੱਖ ਬੈਰਿਸਟਰ ਆਦਿ ਬਣਦੇ ਨੇ, ਪਰ ਇਹ ਪੜ੍ਹਾਈ ਮਨੁੱਖ ਤੋਂ ਦੇਵਤਾ ਬਣਨ ਦੀ ਹੈ। ਪ੍ਰਾਪਤੀ ਕਿੰਨੀ ਵੱਡੀ ਹੈ। ਇਹਨਾਂ ਵਾਂਗੂ ਪ੍ਰਾਪਤੀ ਹੋਰ ਕੋਈ ਕਰਾ ਨਾ ਸਕੇ। ਗ੍ਰੰਥ ਵਿੱਚ ਵੀ ਲਿਖਿਆ ਹੋਇਆ ਹੈ, ਮਨੁੱਖ ਤੋਂ ਦੇਵਤਾ ਕੀਏ ਕਰਤ ਨਾ ਲਾਗੀ ਵਾਰ। ਪਰ ਮਨੁੱਖਾਂ ਦੀ ਬੁੱਧੀ ਚੱਲਦੀ ਨਹੀਂ। ਜ਼ਰੂਰ ਉਹ ਦੇਵੀ ਦੇਵਤਾ ਧਰਮ ਪ੍ਰਾਇਲੋਪ ਹੋ ਗਿਆ ਹੈ। ਤਾਂ ਹੀ ਲਿਖਦੇ ਨੇ ਮਨੁੱਖ ਤੋਂ ਦੇਵਤਾ ਬਣੇ।
ਦੇਵਤਾ ਸਤਜੁਗ ਵਿੱਚ ਨੇ, ਉਹਨਾਂ ਨੂੰ ਜ਼ਰੂਰ ਭਗਵਾਨ ਨੇ ਸੰਗਮ ਤੇ ਰਚਿਆ ਹੋਵੇਗਾ। ਕਿਵੇਂ ਰਚਿਆ ਇਹ ਕੋਈ ਨਹੀਂ ਜਾਣਦੇ। ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਦੀ ਮਹਿਮਾ ਗਾਈ, ਉਹਨਾਂ ਵਰਗੀ ਮਹਿਮਾ ਹੋਰ ਕੋਈ ਨੇ ਨਹੀਂ ਗਾਈ। ਇਸ ਲਈ ਗ੍ਰੰਥ ਨੂੰ ਭਾਰਤ ਵਿੱਚ ਪੜ੍ਹਦੇ ਨੇ। ਗੁਰੂ ਨਾਨਕ ਦੇਵ ਜੀ ਦਾ ਕਲਯੁਗ ਵਿੱਚ ਅਵਤਾਰ ਹੁੰਦਾ ਹੈ। ਉਹ ਹੈ ਧਰਮ ਸਥਾਪਕ। ਰਾਜਾਈ ਤਾਂ ਪਿੱਛੇ ਹੋਈ ਹੈ, ਬਾਪ ਨੇ ਇਹ ਦੇਵੀ ਦੇਵਤਾ ਧਰਮ ਸਥਾਪਨ ਕੀਤਾ। ਅਸਲ ਵਿੱਚ ਨਵੀਂ ਦੁਨੀਆ ਬ੍ਰਾਹਮਣਾਂ ਦੀ ਹੀ ਕਹਾਂਗੇ। ਚੋਟੀ ਭਾਵੇਂ ਬ੍ਰਾਹਮਣਾਂ ਦੀ ਹੈ, ਪਰ ਰਾਜਧਾਨੀ ਦੇਵੀ ਦੇਵਤਾਵਾਂ ਤੋਂ ਸ਼ੁਰੂ ਹੁੰਦੀ ਹੈ। ਤੁਸੀਂ ਬ੍ਰਾਹਮਣ ਰਚੇ ਹੋਏ ਹੋ, ਤੁਹਾਡੀ ਰਾਜਧਾਨੀ ਨਹੀਂ ਹੈ। ਤੁਸੀਂ ਆਪਣੇ ਲਈ ਹੁਣ ਰਾਜਧਾਨੀ ਸਥਾਪਨ ਕਰਦੇ ਹੋ। ਬੜੀ ਵੰਡਰਫੁਲ ਗੱਲਾਂ ਨੇ। ਮਨੁੱਖ ਕੁਝ ਵੀ ਨਹੀਂ ਜਾਣਦੇ। ਪਹਿਲੇ ਆਪਣੇ ਆਪ ਨੂੰ ਮਾਲੂਮ ਹੋਇਆ ਕਿ ਆਪਣੇ ਦੁਆਰਾ ਦੂਜਿਆਂ ਨੂੰ ਮਾਲੂਮ ਹੁੰਦਾ ਹੈ। ਤੁਸੀਂ ਸ਼ੂਦਰ ਤੋਂ ਬ੍ਰਾਹਮਣ ਬਣੇ ਹੋ। ਬ੍ਰਹਮਾ ਨੂੰ ਹੁਣ ਬਾਪ ਦੁਆਰਾ ਮਾਲੂਮ ਪੈਂਦਾ ਹੈ। ਇੱਕ ਨੂੰ ਦੱਸਿਆ ਤਾਂ ਬੱਚਿਆਂ ਨੂੰ ਵੀ ਦੱਸਣਾ ਹੁੰਦਾ ਹੈ। ਉਹਨਾਂ ਦੇ ਤਨ ਦੁਆਰਾ ਤੁਹਾਨੂੰ ਬੱਚਿਆਂ ਨੂੰ ਬੈਠ ਸਮਝਾਉਂਦੇ ਨੇ। ਇਹ ਹੈ ਅਨੁਭਵ ਦੀਆਂ ਗੱਲਾਂ। ਸ਼ਾਸਤਰਾਂ ਵਿੱਚ ਤਾਂ ਕੋਈ ਕੁਝ ਸਮਝ ਨਾ ਸਕੇ। ਬਾਪ ਕਹਿੰਦੇ ਨੇ ਸਾਰੇ ਕਲਪ ਵਿੱਚ ਇੱਕ ਵਾਰ ਮੈਂ ਆ ਕੇ ਐਵੇਂ ਸਮਝਾਉਂਦਾ ਹਾਂ। ਹੋਰ ਕਈ ਧਰਮਾਂ ਦਾ ਵਿਨਾਸ਼ ਤੇ ਇੱਕ ਸਤ ਧਰਮ ਦੀ ਸਥਾਪਨਾ ਕਰਾਉਂਦਾ ਹਾਂ। ਇਹ 5000 ਵਰੇ ਦਾ ਖੇਡ ਹੈ। ਤੁਸੀਂ ਬੱਚੇ ਜਾਣਦੇ ਹੋ ਅਸੀਂ 84 ਜਨਮ ਲਿੱਤੇ। ਵਿਸ਼ਨੂੰ ਦੀ ਨਾਭੀ ਤੋਂ ਬ੍ਰਹਮਾ ਵਖਾਂਦੇ ਨੇ। ਬ੍ਰਹਮਾ ਤੇ ਵਿਸ਼ਨੂੰ ਇਹ ਕਿਸ ਦੇ ਬੱਚੇ ਨੇ? ਦੋਨੋਂ ਬੱਚੇ ਸ਼ਿਵ ਦੇ ਠਹਿਰੇ ਨਾ। ਉਹ ਹੈ ਰਚਤਾ, ਉਹ ਹੈ ਰਚਨਾ। ਇਹਨਾਂ ਗੱਲਾਂ ਨੂੰ ਕੋਈ ਸਮਝ ਨਾ ਸਕੇ। ਬਿਲਕੁਲ ਨਵੀਂ ਗੱਲ ਹੈ। ਬਾਬਾ ਕਹਿੰਦੇ ਨੇ ਇਹ ਨਵੀਆਂ ਗੱਲਾਂ ਨੇ। ਕੋਈ ਸ਼ਾਸਤਰਾਂ ਵਿੱਚ ਇਹ ਗੱਲਾਂ ਹੋ ਨਾ ਸਕਣ। ਗਿਆਨ ਦਾ ਸਾਗਰ ਇੱਕ ਬਾਪ ਹੈ। ਉਹੀ ਗੀਤਾ ਦਾ ਭਗਵਾਨ ਹੈ। ਭਗਤੀ ਮਾਰਗ ਵਿੱਚ ਸ਼ਿਵ ਜਯੰਤੀ ਵੀ ਮਨਾਉਂਦੇ ਨੇ। ਸਤਜੁਗ ਤ੍ਰੇਤਾ ਵਿੱਚ ਨਹੀਂ ਮਨਾਉਂਦੇ ਤਾਂ ਜ਼ਰੂਰ ਸੰਗਮ ਤੇ ਆਉਂਦੇ ਹੋਣਗੇ। ਇਹ ਗੱਲਾਂ ਤੁਸੀਂ ਸਮਝ ਜਾਂਦੇ ਹੋ ਤੇ ਦੂਜਿਆਂ ਨੂੰ ਵੀ ਸਮਝਾਉਂਦੇ ਰਹਿੰਦੇ ਹੋ। ਜੋ ਸਮਝਾਉਣ ਵਾਲੇ ਬਾਪ ਦੀ ਮਹਿਮਾ ਹੈ ਉਹ ਬੱਚਿਆਂ ਦੀ ਵੀ ਹੋਣੀ ਚਾਹੀਦੀ ਹੈ। ਤੁਹਾਨੂੰ ਵੀ ਮਾਸਟਰ ਗਿਆਨ ਦਾ ਸਾਗਰ ਬਣਨਾ ਹੈ। ਪ੍ਰੇਮ ਦਾ ਸਾਗਰ, ਸੁੱਖ ਦਾ ਸਾਗਰ ਇੱਥੇ ਬਣਨਾ ਹੈ। ਕਿਸੇ ਨੂੰ ਵੀ ਦੁੱਖ ਨਹੀਂ ਦੇਣਾ, ਬਹੁਤ ਮਿੱਠਾ ਬਣਨਾ ਹੈ। ਤੁਸੀਂ ਜੋ ਕੜਵੇ ਇੱਕਦਮ ਜ਼ਹਿਰ ਵਾਂਗੂ ਸੀ, ਜੋ ਹੁਣ ਵਾਇਸਲੈਸ ਬ੍ਰਾਹਮਣ ਬਣ ਰਹੇ ਹੋ, ਈਸ਼ਵਰ ਦੀ ਸੰਤਾਨ ਬਣ ਰਹੇ ਹੋ, ਵਿਸ਼ੇਸ਼ ਤੋਂ ਵਾਇਸਲੈਸ ਦੇਵਤਾ ਬਣ ਰਹੇ ਹੋ। ਅੱਧਾ ਕਲਪ ਤੁਸੀਂ ਪਤਿਤ ਬਣਦੇ ਹੁਣ ਬਿਲਕੁਲ ਜੜੀ ਭੂਤ ਅਵਸਥਾ ਨੂੰ ਪਾਏ ਹੋਏ ਹੋ। ਸੜੇ ਹੋਏ ਕੱਪੜਿਆਂ ਨੂੰ ਸਟਕਾ ਲਗਾਉਣ ਨਾਲ ਫਟ ਕੇ ਚੀਰ ਹੋ ਜਾਂਦੇ ਨੇ। ਇੱਥੇ ਵੀ ਗਿਆਨ ਦਾ ਸਟਕਾ ਲਗਾਓ ਤਾਂ ਪੁਰਜਾ ਹੋ ਜਾਂਦੇ ਨੇ। ਕੋਈ ਕੱਪੜਾ ਤਾਂ ਇੰਨਾ ਮੈਲਾ ਹੁੰਦਾ ਹੈ ਜੋ ਸਾਫ਼ ਕਰਨ ਵਿੱਚ ਹੀ ਬੜਾ ਟਾਈਮ ਲੱਗਦਾ ਹੈ। ਫਿਰ ਉੱਥੇ ਵੀ ਹਲਕੀ ਪਦਵੀ ਮਿਲ ਜਾਂਦੀ ਹੈ। ਬਾਬਾ ਧੋਬੀ ਵੀ ਹੈ ਨਾ, ਤੁਸੀਂ ਵੀ ਨਾਲ ਮਦਦਗਾਰ ਹੋ। ਧੋਬੀ ਵੀ ਨੰਬਰਵਾਰ ਹੁੰਦੇ ਨੇ, ਇੱਥੇ ਵੀ ਨੰਬਰਵਾਰ ਨੇ। ਧੋਬੀ ਚੰਗੇ ਕੱਪੜੇ ਸਾਫ਼ ਨਾ ਕਰਨ ਤਾਂ ਕਹਿਣਗੇ ਇਹ ਤਾਂ ਜਿਵੇਂ ਹਜਾਮ ਹੈ। ਅੱਜ ਕੱਲ ਕੱਪੜੇ ਸਾਫ਼ ਧੁਲਾਣੇ ਸਿੱਖੇ ਨੇ। ਅੱਗੇ ਪਿੰਡਾਂ ਵਿੱਚ ਬਹੁਤ ਮੈਲੇ ਕੱਪੜੇ ਧੁਲਾਈ ਹੁੰਦੇ ਸੀ। ਇਹ ਹੁਨਰ ਬਾਹਰ ਵਾਲਿਆਂ ਤੋਂ ਆਇਆ ਹੈ। ਬਾਹਰ ਵਾਲੇ ਕੁਝ ਇੱਜ਼ਤ ਦਿੰਦੇ ਨੇ, ਪੈਸੇ ਆਦਿ ਦੀ ਮਦਦ ਕਰਦੇ ਨੇ, ਜਾਣਦੇ ਨੇ ਇਹ ਬਹੁਤ ਵੱਡੀ ਬਿਰਾਦਰੀ ਵਾਲੇ ਨੇ। ਹੁਣ ਥੱਲੇ ਡਿੱਗੇ ਨੇ। ਡਿੱਗਣ ਵਾਲਿਆਂ ਤੇ ਤਰਸ ਤਾਂ ਪੈਂਦਾ ਹੈ ਨਾ। ਬਾਪ ਕਹਿੰਦੇ ਨੇ ਤੁਹਾਨੂੰ ਕਿੰਨਾ ਧਨਵਾਨ ਬਣਾਇਆ ਸੀ, ਮਾਇਆ ਨੇ ਕੀ ਹਾਲਤ ਕਰ ਦਿੱਤੀ। ਹੁਣ ਤੁਸੀਂ ਸਮਝਦੇ ਹੋ ਅਸੀਂ ਵਿਜੇ ਮਾਲਾ ਦੇ ਸੀ, ਫਿਰ 84 ਜਨਮ ਲੈ ਕੇ ਕੀ ਬਣੇ ਹਾਂ। ਵੰਡਰ ਹੈ ਨਾ। ਤੁਸੀਂ ਸਮਝਾ ਸਕਦੇ ਹੋ। ਤੁਸੀਂ ਭਾਰਤਵਾਸੀ ਤਾਂ ਸਵਰਗਵਾਸੀ ਸੀ। ਮਨ ਮਨਾ ਭਵ ਸ਼ਿਵ ਭਗਵਾਨ ਵਾਚ ਮਮ ਏਕਮ ਯਾਦ ਕਰੋ। ਯਾਦ ਦੀ ਯਾਤਰਾ ਨਾਲ ਤੁਹਾਡੇ ਸਭ ਪਾਪ ਨਸ਼ਟ ਹੋ ਜਾਣਗੇ। ਸ਼ਾਸਤਰਾਂ ਵਿੱਚ ਲਿਖਿਆ ਹੈ ਕ੍ਰਿਸ਼ਨ ਨੇ ਵਜਾਇਆ ਪਟਰਾਣੀ ਬਣਾਉਣ ਦੇ ਲਈ। ਤੁਸੀਂ ਸਭ ਪੜ੍ਹ ਰਹੇ ਹੋ, ਪਟਰਾਣੀਆਂ ਬਣ ਰਹੇ ਹੋ, ਪਰ ਇਹਨਾਂ ਗੱਲਾਂ ਨੂੰ ਕੋਈ ਸਮਝ ਨਹੀਂ ਸਕਦੇ। ਹੁਣ ਬਾਪ ਨੇ ਆ ਕੇ ਬੱਚਿਆਂ ਨੂੰ ਸਮਝਾਇਆ ਹੈ। ਬਾਪ ਕਹਿੰਦੇ ਨੇ ਮੈਂ ਕਲਪ ਤੁਹਾਨੂੰ ਸਮਝਾਉਣ ਆਂਦਾ ਹਾਂ। ਪਹਿਲੇ ਤਾਂ ਭਗਵਾਨ ਇੱਕ ਹੈ, ਇਹ ਸਿੱਧ ਕਰੋ। ਫਿਰ ਦੱਸੋ ਗੀਤਾ ਦਾ ਭਗਵਾਨ ਕੌਣ? ਰਾਜਯੋਗ ਕਿਸਨੇ ਸਿਖਾਇਆ? ਭਗਵਾਨ ਹੀ। ਬ੍ਰਹਮਾ ਦੁਆਰਾ ਸਥਾਪਨਾ ਕਰਾਉਂਦੇ ਨੇ, ਫਿਰ ਵਿਨਾਸ਼, ਫਿਰ ਪਾਲਣਾ ਕਰਵਾਉਂਦੇ ਨੇ। ਇਹ ਜੋ ਬ੍ਰਾਹਮਣ ਨੇ ਉਹੀ ਦੇਵਤਾ ਬਣਦੇ ਨੇ। ਇਹ ਗੱਲਾਂ ਸਮਝ ਵਿੱਚ ਉਹਨਾਂ ਨੂੰ ਆਉਣਗੀਆਂ ਜਿਨ੍ਹਾਂ ਨੇ ਕਲਪ ਪਹਿਲੇ ਸਮਝਾਇਆ ਹੋਏਗਾ। ਸੈਕਿੰਡ ਬਾਏ ਸੈਕਿੰਡ ਜੋ ਹੋਇਆ ਇਸ ਸਮੇਂ ਤੱਕ ਸਮਝਣਗੇ। ਡਰਾਮਾ ਵਿੱਚ ਤੁਹਾਨੂੰ ਬਹੁਤ ਪੁਰਸ਼ਾਰਥ ਕਰਨਾ ਹੈ। ਇਹ ਤਾਂ ਬੱਚੇ ਸਮਝਦੇ ਨੇ।
ਹੁਣ ਸਾਡੀ ਅਵਸਥਾ ਹੋਈ ਨਹੀਂ ਹੈ, ਟਾਈਮ ਲੱਗੇਗਾ। ਕਰਮਾਤੀਤ ਅਵਸਥਾ ਹੋ ਜਾਵੇ, ਫਿਰ ਸਭ ਨੰਬਰਵਾਰ ਪਾਸ ਹੋ ਜਾਣ, ਫਿਰ ਤਾਂ ਲੜਾਈ ਵੀ ਲੱਗ ਜਾਏਗੀ। ਆਪਸ ਵਿੱਚ ਖਿੱਟਪਿੱਟ ਚਲਦੀ ਰਹਿੰਦੀ ਹੈ। ਤੁਸੀਂ ਜਾਣਦੇ ਹੋ, ਜਿੱਥੇ ਕਿੱਥੇ ਵੇਖੋ ਲੜਨ ਦੀਆਂ ਤਿਆਰੀਆਂ ਹੀ ਕਰ ਰਹੇ ਨੇ, ਚਾਰੋਂ ਪਾਸੇ ਤਿਆਰੀਆਂ ਕਰ ਰਹੇ ਨੇ। ਤੁਸੀਂ ਜੋ ਕੁਝ ਦਿਵਯ ਦ੍ਰਿਸ਼ਟੀ ਨਾਲ ਵੇਖਿਆ, ਫਿਰ ਇਹਨਾਂ ਅੱਖਾਂ ਨਾਲ ਵੇਖਣਾ ਹੈ। ਵਿਨਾਸ਼ ਦਾ ਸਾਖਸ਼ਾਤਕਾਰ ਕੀਤਾ, ਫਿਰ ਉਹੀ ਅੱਖਾਂ ਨਾਲ ਵੇਖੋਗੇ। ਸਥਾਪਨਾ ਦਾ ਵੀ ਸਾਖਸ਼ਾਤਕਾਰ ਕੀਤਾ, ਫਿਰ ਪ੍ਰੈਕਟੀਕਲ ਵਿੱਚ ਰਾਜਾਈ ਵੀ ਵੇਖੋਗੇ। ਤੁਸੀਂ ਬੱਚਿਆਂ ਨੂੰ ਤਾਂ ਬੜੀ ਖੁਸ਼ੀ ਹੋਣੀ ਚਾਹੀਦੀ ਹੈ। ਇਹ ਤਾਂ ਪੁਰਾਣਾ ਤਨ ਹੈ। ਯੋਗ ਨਾਲ ਆਤਮਾ ਪਵਿੱਤਰ ਬਣ ਜਾਏਗੀ। ਫਿਰ ਪੁਰਾਣਾ ਸਰੀਰ ਵੀ ਛੱਡਣਾ ਹੈ। 84 ਜਨਮਾਂ ਦਾ ਚੱਕਰ ਹੁਣ ਪੂਰਾ ਹੋਇਆ, ਫਿਰ ਜ਼ਰੂਰ ਸਭ ਨੂੰ ਨਵੇਂ ਸਰੀਰ ਮਿਲਣਗੇ। ਇਹ ਸਭ ਸਮਝਣ ਦੀਆਂ ਸਹਿਜ ਗੱਲਾਂ ਨੇ। ਸਮਝਾ ਵੀ ਸਕਦੇ ਹੋ ਕਿ ਕਲਯੁਗ ਤੋਂ ਬਾਅਦ ਸਤਯੁਗ ਜ਼ਰੂਰ ਹੋਵੇਗਾ। ਕਈ ਧਰਮਾਂ ਦਾ ਵਿਨਾਸ਼ ਜ਼ਰੂਰ ਹੋਵੇਗਾ, ਫਿਰ ਆਦਿ ਸਨਾਤਨ ਦੇਵੀ ਦੇਵਤਾ ਧਰਮ ਦੀ ਸਥਾਪਨਾ ਅਰਥ ਬਾਪ ਨੂੰ ਆਉਣਾ ਪਵੇ। ਹੁਣ ਤੁਸੀਂ ਬ੍ਰਾਹਮਣ ਬੰਦੇ ਹੋ, ਦੇਵਤਾ ਬਣਨ ਦੇ ਲਈ ਦੂਜਾ ਕੋਈ ਹੋ ਨਾ ਸਕੇ। ਤੁਸੀਂ ਜਾਣਦੇ ਹੋ, ਅਸੀਂ ਸ਼ਿਵ ਬਾਬਾ ਦੇ ਬਣੇ ਹਾਂ। ਸ਼ਿਵ ਬਾਬਾ ਸਾਨੂੰ ਵਰਸਾ ਦੇ ਰਹੇ ਨੇ। ਸ਼ਿਵ ਜਯੰਤੀ ਮਾਨਾ ਹੀ ਭਾਰਤ ਨੂੰ ਵਰਸਾ ਮਿਲਿਆ। ਸ਼ਿਵ ਬਾਬਾ ਆਇਆ, ਆ ਕੇ ਕੀ ਕੀਤਾ? ਇਸਲਾਮੀ ਬੋਧੀ ਆਦਿ ਨੇ ਆ ਕੇ ਆਪਣਾ ਆਪਣਾ ਧਰਮ ਸਥਾਪਨ ਕੀਤਾ। ਬਾਪ ਨੇ ਆ ਕੇ ਕੀ ਕੀਤਾ? ਤਾਂ ਜ਼ਰੂਰ ਸਵਰਗ ਦੀ ਸਥਾਪਨਾ ਕੀਤੀ ਨਾ। ਕਿਵੇਂ ਸਥਾਪਨਾ ਕੀਤੀ? ਕਿਵੇਂ ਸਥਾਪਨਾ ਹੁੰਦੀ ਹੈ ਸੋ ਤੁਸੀਂ ਹੁਣ ਜਾਣਦੇ ਹੋ। ਫਿਰ ਸਤਯੁਗ ਵਿੱਚ ਸਭ ਕੁਝ ਭੁੱਲ ਜਾਓਗੇ। ਇਹ ਵੀ ਸਮਝਦੇ ਹੋ 21 ਜਨਮਾਂ ਦਾ ਵਰਸਾ ਹੁਣ ਅਸੀਂ ਲੈ ਲੈਂਦੇ ਹਾਂ। ਇਹ ਡਰਾਮਾ ਵਿੱਚ ਨੂੰਦ ਹੈ। ਭਾਵੇਂ ਉੱਥੇ ਸਮਝਣਗੇ ਬਾਪ ਹੈ, ਇਹ ਬੱਚਾ ਹੈ, ਬੱਚੇ ਨੂੰ ਵਰਸਾ ਮਿਲਦਾ ਹੈ, ਪਰ ਇਹ ਪ੍ਰਲਬਧ ਹੈ ਹੁੰਦੀ। ਸੱਚੀ ਕਮਾਈ ਕਰ 21 ਜਨਮਾਂ ਦੇ ਲਈ ਤੁਸੀਂ ਵਰਸਾ ਹੁਣ ਪਾ ਰਹੇ ਹੋ। 84 ਜਨਮ ਤਾਂ ਲੈਣੇ ਹੀ ਨੇ। ਸਤੋ ਪ੍ਰਧਾਨ ਤੋਂ ਫਿਰ ਸਤੋ ਰਜੋ ਤਮੋ ਵਿੱਚ ਆਓਗੇ। ਇਹ ਚੰਗੀ ਤਰ੍ਹਾਂ ਯਾਦ ਕਰਨ ਨਾਲ ਫਿਰ ਖੁਸ਼ੀ ਵੀ ਰਹੇਗੀ। ਸਮਝਾਉਣ ਵਿੱਚ ਬੜੀ ਮਿਹਨਤ ਲੱਗਦੀ ਹੈ। ਜਦੋਂ ਸਮਝ ਜਾਂਦੇ ਨੇ ਤਾਂ ਉਹਨਾਂ ਨੂੰ ਬੜੀ ਖੁਸ਼ੀ ਹੁੰਦੀ ਹੈ। ਜੋ ਬੱਚੇ ਚੰਗੀ ਤਰ੍ਹਾਂ ਸਮਝਦੇ ਨੇ ਉਹ ਫਿਰ ਬੋਤਿਆਂ ਨੂੰ ਸਮਝਾਉਂਦੇ ਰਹਿੰਦੇ ਨੇ, ਕੰਡਿਆਂ ਨੂੰ ਫੁੱਲ ਬਣਾਉਂਦੇ ਰਹਿੰਦੇ ਨੇ। ਇਹ ਹੈ ਬੇਹੱਦ ਦੀ ਪੜ੍ਹਾਈ। ਵਰਸਾ ਵੀ ਬੇਹੱਦ ਦਾ ਮਿਲਦਾ ਹੈ। ਫਿਰ ਇਸ ਵਿੱਚ ਤਿਆਗ ਵੀ ਬੇਹੱਦ ਦਾ ਹੈ। ਫਿਰ ਗ੍ਰਸਤ ਵਿਵਹਾਰ ਵਿੱਚ ਰਹਿੰਦੇ ਸਾਰੀ ਦੁਨੀਆ ਦਾ ਤਿਆਗ ਕਰਨਾ ਹੈ, ਕਿਉਂਕਿ ਤੁਸੀਂ ਜਾਣਦੇ ਹੋ ਇਹ ਸਾਰੀ ਪੁਰਾਣੀ ਦੁਨੀਆ ਖਤਮ ਹੋਣੀ ਹੈ। ਹੁਣ ਨਵੀਂ ਦੁਨੀਆ ਵਿੱਚ ਜਾਣਾ ਹੈ। ਇਸ ਲਈ ਬੇਹੱਦ ਦਾ ਸੰਨਿਆਸ ਕਰਾਉਂਦੇ ਨੇ। ਸੰਨਿਆਸੀਆਂ ਦਾ ਹੈ ਹੱਦ ਦਾ ਸੰਨਿਆਸ, ਹੱਠ ਯੋਗ। ਇਸ ਵਿੱਚ ਹੱਠ ਦੀ ਗੱਲ ਨਹੀਂ ਰਹਿੰਦੀ। ਇਹ ਤਾਂ ਪੜ੍ਹਾਈ ਹੈ, ਪਾਠਸ਼ਾਲਾ ਹੈ। ਪੜ੍ਹਨਾ ਹੈ ਮਨੁੱਖ ਤੋਂ ਦੇਵਤਾ ਬਣਨ ਦੇ ਲਈ। ਸ਼ਿਵ ਭਗਵਾਨ ਆਵਾਜ਼ ਕ੍ਰਿਸ਼ਨ ਹੋ ਨਾ ਸਕੇ। ਕ੍ਰਿਸ਼ਨ ਨਵੀਂ ਦੁਨੀਆ ਬਣਾ ਨਹੀਂ ਸਕਦਾ। ਉਹਨਾਂ ਨੂੰ ਹੈਵਨਲੀ ਗੋਡਫਾਦਰ ਨਹੀਂ ਕਹਾਂਗੇ, ਹੈਵਨਲੀ ਪ੍ਰਿੰਸ ਕਹਾਂਗੇ। ਤਾਂ ਕਿੰਨੀਆਂ ਮਿੱਠੀਆਂ ਮਿੱਠੀਆਂ ਗੱਲਾਂ ਸਮਝਣ ਦੀਆਂ ਨੇ ਤੇ ਧਾਰਨ ਕਰਨ ਦੀਆਂ ਨੇ। ਦੈਵੀ ਲੱਛਣ ਵੀ ਚਾਹੀਦੇ ਨੇ। ਕਦੇ ਵੀ ਸੁਣੀ ਸੁਣਾਈ ਗੱਲਾਂ ਤੇ ਨਹੀਂ ਲੱਗਣਾ ਚਾਹੀਦਾ। ਵਿਆਸ ਦੀਆਂ ਲਿਖੀਆਂ ਹੋਈਆਂ ਗੱਲਾਂ ਤੇ ਲੱਗਦੇ ਲੱਗਦੇ ਬੁਰੀ ਗਤੀ ਹੋ ਗਈ ਹੈ। ਸਿਵਾਏ ਗਿਆਨ ਦੇ ਹੋਰ ਕੁਝ ਸੁਣਾਉਂਦੇ ਨੇ ਤਾਂ ਸਮਝੋ ਇਹ ਸਾਡਾ ਦੁਸ਼ਮਣ ਹੈ। ਦੁਰਗਤੀ ਵਿੱਚ ਲੈ ਜਾਂਦੇ ਨੇ। ਕਦੇ ਵੀ ਪਰਮਤ ਤੇ ਨਹੀਂ ਲੱਗਣਾ ਚਾਹੀਦਾ। ਪਰਮਤ ਤੇ ਮਨਮਤ ਤੇ ਚੱਲਿਆ ਤੇ ਇਹ ਮਰਿਆ। ਬਾਪ ਸਮਝਾਉਂਦੇ ਨੇ ਝੂਠੀਆਂ ਗੱਲਾਂ ਬੋਲਣ ਵਾਲੇ ਬਹੁਤ ਨੇ। ਤੁਹਾਨੂੰ ਤਾਂ ਬਾਪ ਤੋਂ ਸੁਣਨਾ ਹੈ। ਹੀਅਰ ਨੋ ਈਵਲ, ਸੀ ਨੋ ਈਵਲ। ਬਾਪ ਦਾਦਾ ਆਏ ਨੇ ਮਨੁੱਖ ਤੋਂ ਦੇਵਤਾ ਬਣਾਉਣ ਦੇ ਲਈ ਤੇ ਉਹਨਾਂ ਦੀ ਸ਼੍ਰੀਮਤ ਤੇ ਚੱਲਣਾ ਚਾਹੀਦਾ ਹੈ। ਅੱਛਾ ਮਿੱਠੇ ਮਿੱਠੇ ਸਿੱਕਿਲ ਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ। ਧਾਰਨਾ ਦੇ ਲਈ ਮੁੱਖ ਸਾਰ। ਪਹਿਲੀ ਧਾਰਨਾ ਹੈ ਇੱਥੇ ਬਾਪ ਸਮਾਨ ਸੁੱਖ ਦਾ ਸਾਗਰ, ਪਿਆਰ ਦਾ ਸਾਗਰ ਬਣਨਾ ਹੈ। ਸਰਵ ਗੁਣ ਧਾਰਨ ਕਰਨੇ ਨੇ, ਕਿਸੇ ਨੂੰ ਵੀ ਦੁੱਖ ਨਹੀਂ ਦੇਣਾ। ਦੂਜਾ, ਸੁਣੀਆਂ ਸੁਣਾਈਆਂ ਗੱਲਾਂ ਤੇ ਕਦੇ ਵੀ ਵਿਸ਼ਵਾਸ ਨਹੀਂ ਕਰਨਾ। ਪਰਮਤ ਤੇ ਨਹੀਂ ਚੱਲਣਾ। ਹੀਅਰ ਨੋ ਈਵਿਲ, ਸੀ ਨੋ ਈਵਿਲ। ਵਰਦਾਨ ਹੈ ਬ੍ਰਾਹਮਣ ਜੀਵਨ ਦੀ ਨੀਤੀ ਤੇ ਰੀਤੀ ਪ੍ਰਮਾਣ ਹਮੇਸ਼ਾ ਚੱਲਣ ਵਾਲੇ ਵਿਅਰਥ ਸੰਕਲਪਾਂ ਤੋਂ ਮੁਕਤ ਭਵ। ਬ੍ਰਾਹਮਣ ਜੀਵਨ ਦੀ ਨੀਤੀ ਤੇ ਰੀਤੀ ਪ੍ਰਮਾਣ ਹਮੇਸ਼ਾ ਚੱਲਣ ਵਾਲੇ ਵਿਅਰਥ ਸੰਕਲਪਾਂ ਤੋਂ ਮੁਕਤ ਭਵ। ਜੋ ਬ੍ਰਾਹਮਣ ਜੀਵਨ ਦੀ ਨੀਤੀ ਰੀਤੀ ਪ੍ਰਮਾਣ ਚੱਲਦੇ ਹੋਏ
ਹਮੇਸ਼ਾ ਸ਼੍ਰੀਮਤ ਦੀਆਂ ਆਗਿਆਵਾਂ ਨੂੰ ਸਮ੍ਰਿਤੀ ਵਿੱਚ ਰੱਖਦੇ ਨੇ, ਸਾਰਾ ਦਿਨ ਸ਼ੁੱਧ ਪ੍ਰਵਿਰਤੀ ਵਿੱਚ ਬਿਜ਼ੀ ਰਹਿੰਦੇ ਨੇ। ਉਹਨਾਂ ਦੇ ਵਿਅਰਥ ਸੰਕਲਪ ਰੂਪੀ ਰਾਵਣ ਵਾਰ ਨਹੀਂ ਕਰ ਸਕਦਾ। ਬੁੱਧੀ ਦੀ ਪ੍ਰਵਿਰਤੀ ਹੈ ਸ਼ੁੱਧ ਸੰਕਲਪ ਕਰਨਾ, ਵਾਣੀ ਦੀ ਪ੍ਰਵਿਰਤੀ ਹੈ ਬਾਪ ਦੁਆਰਾ ਜੋ ਸੁਣਿਆ ਉਹ ਸੁਣਾਣਾ, ਕਰਮ ਦੀ ਪ੍ਰਵਿਰਤੀ ਹੈ ਕਰਮ ਯੋਗੀ ਬਣ ਕੇ ਹਰ ਕਰਮ ਕਰਨਾ। ਇਸ ਪ੍ਰਵਿਰਤੀ ਵਿੱਚ ਬਿਜੀ ਰਹਿਣ ਵਾਲੇ ਵਿਅਰਥ ਸੰਕਲਪਾਂ ਤੋਂ ਨਿਰਵਿਰਤੀ ਪ੍ਰਾਪਤ ਕਰ ਲੈਂਦੇ ਨੇ। ਸਲੋਗਨ ਹੈ, ਆਪਣੇ ਹਰ ਨਵੇਂ ਸੰਕਲਪ ਨਾਲ ਨਵੀਂ ਦੁਨੀਆ ਦੀ ਨਵੀਂ ਝਲਕ ਦਾ ਸਾਖਸ਼ਾਤਕਾਰ ਕਰਾਓ। ਆਪਣੇ ਹਰ ਨਵੇਂ ਸੰਕਲਪ ਨਾਲ ਨਵੀਂ ਦੁਨੀਆ ਦੀ ਨਵੀਂ ਝਲਕ ਦਾ ਸਾਖਸ਼ਾਤਕਾਰ ਕਰਾਓ। ਅੱਛਾ, ਓਮ ਸ਼ਾਂਤੀ।